ਹੈਲੋ एवरीवन ਵੈਲਕਮ ਟੂ ਭਾਰਤ ਆਈਕਿਊ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਜਨਰਲ ਅਵੇਅਰਨੈਸ ਦੇ MCQ ਜਿਹੜਾ ਕਿ ਪਾਰਟ 4 ਰਹੇਗਾ। ਇਸ ਤੋਂ ਪਹਿਲਾਂ ਆਪਾਂ ਨੇ 3 ਪਾਰਟ ਕਵਰ ਕਰ ਲੈਣਗੇ। ਜਿਨ੍ਹਾਂ ਬੱਚਿਆਂ ਨੇ ਉਹ ਨਹੀਂ ਦੇਖੇ ਉਹ ਤੁਸੀਂ ਜਾ ਕੇ ਪਲੇਲਿਸਟ ਦੇ ਵਿੱਚ ਜ਼ਰੂਰ ਦੇਖਿਓ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ PEET+B ਦੇ ਕਲਰਕ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ। ਬਹੁਤ ਪੋਸਟਾਂ ਨੇ, 2300 ਪਲੱਸ ਪੋਸਟਾਂ ਨੇਗੀਆਂ। ਠੀਕ ਹੈ, ਆਪਾਂ ਇਹਨੂੰ ਟਾਰਗੇਟ ਕਰਾਂਗੇ ਹੁਣ। ਠੀਕ ਹੈ, ਕਿੰਨੀਆਂ ਪੋਸਟਾਂ ਹੋ ਗਈਆਂ ਤੁਹਾਡੀਆਂ? PSPCL ਦੀਆਂ ਹੋ ਗਈਆਂ, सब इंस्पैक्टर ਜਿਹੜਾ कि ਦੁਬਾਰਾ ਹੋਣਾ ਹੈਗਾ, ਤੇ ਕਲਰਕ ਦੀਆਂ ਹੋ ਗਈਆਂ। ਇੰਨੀਆਂ ਪੋਸਟਾਂ ਨੇ, ਆਪਾਂ ਕਿਸੇ ਨਾ ਕਿਸੇ ਪੋਸਟ ਨੂੰ ਇਹਨੂੰ ਗ੍ਰੈਬ ਕਰਨਾ ਹੈਗਾ। ਇੰਨੀ ਓਪਰਚੁਨਿਟੀਜ਼ ਮਿਲ ਰਹੀਆਂ ਨੇ ਆਪਾਂ ਨੂੰ, ਤੇ ਆਪਾਂ ਲਗਾਤਾਰ ਤੁਹਾਡੇ ਲਈ ਕੁਛ ਨਾ ਕੁਛ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ। ਠੀਕ ਹੈ, ਤੇ ਅੱਜ ਵੀ ਆਪਾਂ ਬਹੁਤ ਵਧੀਆ ਕੰਟੈਂਟ ਡਿਸਕਸ ਕਰਾਂਗੇ। ਠੀਕ ਹੈ, ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦਾ ਆਪਾਂ ਪਹਿਲਾ ਕੁਐਸਚਨ ਲੈਂਦੇ ਹਾਂ। ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਡੀਪੈਸਟ ਮਾਈਨ ਇਨ ਦਾ ਵਰਲਡ? ਸਭ ਤੋਂ ਡੀਪੈਸਟ ਮਾਈਨ ਕਿਹੜੀ ਹੈ? ਤਾਂ ਯਾਦ ਰੱਖਿਓ, ਮਪੋਨਿਆਂਗ ਗੋਲਡ ਮਾਈਨ। ਜਿਹੜੀ ਗੋਲਡ ਮਾਈਨ ਹੈ ਜਿਹਦਾ ਨਾਮ ਹੈ ਮਪੋਨਿਆਂਗ, ਜਿਹੜੀ ਕਿ ਕਿੱਥੇ ਪਾਈ ਜਾਂਦੀ ਹੈ? ਸਾਊਥ ਅਫਰੀਕਾ ਦੇ ਵਿੱਚ। ਸਾਊਥ ਅਫਰੀਕਾ ਦੇ ਵਿੱਚ ਪਾਈ ਜਾਂਦੀ ਹੈ ਮਪੋਨਿਆਂਗ। ਸਭ ਤੋਂ ਕੀ ਹੈਗੀ? ਡੀਪੈਸਟ ਮਾਈਨ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਨਾਲ ਐਡੀਸ਼ਨਲ ਇਨਫੋਰਮੇਸ਼ਨ ਦਈਏ ਜੇ ਆਪਾਂ, ਜਿਹੜੀ ਕਿ ਆਪਾਂ ਹਮੇਸ਼ਾ ਇੱਕ ਕੁਐਸਚਨ ਦੇ ਵਿੱਚ ਦਿੰਦੇ ਹਾਂ, ਤਾਂ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਡੀਪੈਸਟ ਪੁਆਇੰਟ ਕਿਹੜਾ ਹੈਗਾ। ਡੀਪੈਸਟ ਪੁਆਇੰਟ ਹੈ ਜਿਹੜਾ ਆਪਣਾ ਅਰਥ ਦਾ, ਉਹ ਹੈਗਾ ਮਰੀਨਾ ਟ੍ਰਿੰਚ। ਮਰੀਨਾ ਟ੍ਰੈਂਚ ਜਿਹੜੀ ਕਿ ਪੈਸੀਫਿਕ ਓਸ਼ਨ ਦੇ ਵਿੱਚ ਹੈ। ਪੈਸੀਫਿਕ ਓਸ਼ਨ ਦੇ ਵਿੱਚ ਕੀ ਹੈ? ਮਰੀਨਾ ਟ੍ਰਿੰਚ ਹੈ। ਤਾਂ ਇਹਦਾ ਵੀ ਜੇ ਡੀਪੈਸਟ ਪੁਆਇੰਟ ਦੇਖੀਏ, ਜਿਹੜਾ ਕਿ ਹੁਣੇ ਹਾਲਾਂਕਿ ਨਿਊਜ਼ ਦੇ ਵਿੱਚ ਚੱਲ ਰਿਹਾ ਸੀਗਾ, ਉਹਨੂੰ ਕਹਿੰਦੇ ਨੇ ਚੈਲੰਜਰ ਡੀਪ। ਕੀ ਕਹਿੰਦੇ ਨੇ? ਚੈਲੰਜਰ ਡੀਪ। ਠੀਕ ਹੈ, ਇਹ ਕਿਉਂ ਨਿਊਜ਼ 'ਚ ਸੀਗਾ? ਹੁਣੇ ਹੀ ਪਿੱਛੇ ਹੀ ਫਸਟ ਵੂਮਨ ਬਣ ਗਏ ਨੇ, ਜਿਨ੍ਹਾਂ ਦਾ ਨਾਮ ਹੈ ਕੈਥੀ ਸੁਲੀਵਾਨ। ਕੈਥੀ ਸੁਲੀਵਾਨ ਨੇ ਜਿਹੜੇ ਫਸਟ ਫੀਮੇਲ ਬਣ ਚੁੱਕੇ ਨੇ, ਜਿਹੜੇ ਕਿ ਡੀਪੈਸਟ ਪੁਆਇੰਟ ਦੇ ਅਰਥ ਦੇ, ਜਿਹੜਾ ਕਿ ਚੈਲੰਜਰ ਡੀਪ ਹੈ, ਉੱਥੇ ਪਹੁੰਚੇ ਨੇ। ਇਹੀ ਫਸਟ ਵੂਮਨ ਸੀ, ਅਮਰੀਕਨ ਵੂਮਨ ਸੀ, ਜਿਨ੍ਹਾਂ ਨੇ ਫਸਟ ਸਪੇਸ ਦੇ ਵਿੱਚ ਵੋਕ ਕੀਤੀ ਸੀ। ਤਾਂ ਕਰਕੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ, ਇਹ ਤੁਸੀਂ ਧਿਆਨ 'ਚ ਰੱਖਣੇ ਨੇ। ਠੀਕ ਹੈ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਨੋਟ ਕਰ ਲੈਣੀ ਹੈ। ਨੈਕਸਟ ਕੁਐਸਚਨ ਕੀ ਕਹਿ ਰਹੇਗਾ? ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨਸ ਹੈਜ਼ ਰਿਲੀਜ਼ ਦਾ ਫੂਡ ਵੇਸਟ ਇੰਡੈਕਸ ਰਿਪੋਰਟ 2021? ਠੀਕ ਹੈ, ਫੂਡ ਵੇਸਟ ਇੰਡੈਕਸ ਹੈ ਜਿਹੜਾ, ਕੌਣ ਕੱਢਦਾ? ਆਪਾਂ ਨੂੰ ਉਲਝਾਉਣ ਲਈ ਦੇਖੋ ਕਿੰਨੇ ਵਧੀਆ ਆਪਸ਼ਨ ਦਿੱਤੇ ਗਏ ਨੇਗੇ। ਵਰਲਡ ਫੂਡ ਪ੍ਰੋਗਰਾਮ ਦਿੱਤਾ ਹੈ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਿੱਤਾ ਹੈ, ਠੀਕ ਹੈ, WHO ਦਿੱਤਾ ਹੈ। ਤਾਂ ਇਹਦਾ ਆਂਸਰ ਕੀ ਹੈਗਾ? ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ। ਠੀਕ ਹੈ, ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਹੈ ਜਿਹੜਾ, ਉਹ ਕੱਢਦਾ ਹੈਗਾ ਫੂਡ ਵੇਸਟ ਇੰਡੈਕਸ ਰਿਪੋਰਟ 2021। ਇਹ ਤੁਸੀਂ ਯਾਦ ਰੱਖਿਓ। ਜਿਹੜਾ ਵਰਲਡ ਫੂਡ ਪ੍ਰੋਗਰਾਮ ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਜਿਹੜਾ 2020 ਦਾ ਤੁਹਾਡਾ ਪੀਸ ਨੋਬਲ ਪ੍ਰਾਈਜ਼ ਸੀਗਾ, ਪੀਸ ਨੋਬਲ ਪ੍ਰਾਈਜ਼। ਠੀਕ ਹੈ, ਜਿਹੜਾ ਪੀਸ ਨੋਬਲ ਪ੍ਰਾਈਜ਼ ਸੀ, ਉਹ ਕਿਹਨੂੰ ਮਿਲਿਆ ਸੀਗਾ? ਵਰਲਡ ਫੂਡ ਪ੍ਰੋਗਰਾਮ ਨੂੰ ਮਿਲਿਆ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਨਾਲ ਹੀ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਨੋਬਲ ਪ੍ਰਾਈਜ਼ ਹੈ ਕਿੰਨੀ ਕੈਟਾਗਰੀ ਦੇ ਵਿੱਚ ਦਿੱਤਾ ਜਾਂਦਾ ਹੈਗਾ? 6 ਕੈਟਾਗਰੀ ਦੇ ਵਿੱਚ ਦਿੱਤਾ ਜਾਂਦਾ ਹੈਗਾ। ਇਹ ਵੀ ਕੁਐਸਚਨ ਪੁੱਛਿਆ ਗਿਆ ਸੀਗਾ ਹਾਲੇ ਹੀ, ਜਿਹੜਾ ਜੇਲ ਵਾਰਡਨ ਦੇ ਪੇਪਰ ਹੋਏ ਸੀਗੇ, ਉਹਦੇ ਵਿੱਚ ਪੁੱਛਿਆ ਗਿਆ ਸੀਗਾ ਕਿੰਨੇ ਮਤਲਬ ਕੈਟਾਗਰੀਜ਼ ਨੇ ਜਿਨ੍ਹਾਂ ਵਿੱਚ ਨੋਬਲ ਪ੍ਰਾਈਜ਼ ਦਿੱਤਾ ਜਾਂਦਾ? ਤਾਂ 6 ਕੈਟਾਗਰੀਜ਼ ਨੇ। ਠੀਕ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਜਿਹੜਾ ਇਸ ਵਾਰ ਦਾ ਪੀਸ ਪ੍ਰਾਈਜ਼ ਹੈਗਾ, ਜਿਹੜੇ ਕਿ ਹੁਣੇ ਅਨਾਊਂਸ ਕੀਤੇ ਗਏ ਨੇ 2021 ਦੇ, ਪੀਸ ਪ੍ਰਾਈਜ਼ ਕਿਹਨੂੰ ਮਿਲੇਗਾ? ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਨਾਲੇ ਤੁਹਾਨੂੰ ਦੱਸਦਾ ਕਿ ਜਿਹੜਾ ਵਰਲਡ ਫੂਡ ਪ੍ਰੋਗਰਾਮ ਹੈ, ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਦੋਂ ਬਣਿਆ ਸੀਗਾ? 1961 ਦੇ ਵਿੱਚ। ਇਹਦੇ ਹੈੱਡਕੁਆਟਰ ਕਿੱਥੇ ਨੇਗੇ? ਵਰਲਡ ਫੂਡ ਪ੍ਰੋਗਰਾਮ ਹੋਵੇ ਚਾਹੇ ਫੂਡ ਐਂਡ ਐਗਰੀਕਲਚਰ, ਇਹਨਾਂ ਦੋਨਾਂ ਦੇ ਹੈੱਡਕੁਆਟਰ ਕਿੱਥੇ ਨੇਗੇ? ਰੋਮ, ਇਟਲੀ ਦੇ ਵਿੱਚ। ਇਹ ਵੀ ਤੁਸੀਂ ਧਿਆਨ ਰੱਖਣਾ ਹੈਗਾ, ਨੋਟ ਕਰ ਲਿਓ। ਪੱਕਾ ਕਿਤੇ ਨਾ ਕਿਤੇ ਕੁਐਸਚਨ ਤੁਹਾਨੂੰ ਇਹ ਪੱਕਾ ਮਿਲੂਗਾ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ? The PEPSU legislative assembly was discovered by which of these presidents? ਠੀਕ ਹੈ, ਕਿਨੇ ਲੈਜਿਸਲੇਟਿਵ ਅਸੈਂਬਲੀ ਜਿਹੜੀ ਪੈਪਸੂ ਦੀ ਸੀ, ਉਹ ਕਿਨੇ ਕੀਤੀ ਸੀਗੀ? ਠੀਕ ਹੈ, ਤਾਂ ਡਿਜ਼ੋਲਵ ਕਿਨੇ ਕੀਤੀ ਸੀ? ਡਿਜ਼ੋਲਵ ਮੀਨਸ ਖਤਮ ਕਿਨੇ ਕੀਤੀ ਸੀ? ਤਾਂ ਆਂਸਰ ਆ ਜਾਏਗਾ ਡਾਕਟਰ ਰਾਜਿੰਦਰ ਪ੍ਰਸਾਦ, ਜਿਹੜੇ ਕਿ ਉਸ ਟਾਈਮ ਦੇ ਕੀ ਸੀਗੇ? ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਤਾਂ ਤੁਸੀਂ ਦੇਖੋਗੇ ਕਿ ਕਦੋਂ ਬਣੀ ਸੀਗੀ ਪੈਪਸੂ? ਕਦੋਂ ਬਣੀ ਸੀ? 1948 ਬਣੀ ਸੀਗੀ। ਇੱਕ ਕੁਐਸਚਨ ਪਿੱਛੇ ਹੀ ਜਿਹੜਾ ਮੈਨੇਜਰ ਦਾ ਪੇਪਰ ਹੋਇਆ ਸੀਗਾ, ਆਪਣਾ ਮੈਨੇਜਰ ਦਾ ਪੇਪਰ ਹੋਇਆ ਸੀਗਾ ਕੋਆਪਰੇਟਿਵ ਬੈਂਕ ਦਾ, ਉਹਦੇ ਵਿੱਚ ਪੁੱਛਿਆ ਗਿਆ ਸੀ ਕਿੰਨੇ ਸਟੇਟਸ ਸੀਗੇ ਜਿਹੜੇ ਪੈਪਸੂ ਦੇ ਵਿੱਚ ਸੀਗੇ? ਤਾਂ 8 ਸਟੇਟ ਸੀਗੇ। ਠੀਕ ਹੈ, 8 ਸਟੇਟ ਸੀਗੇ। 1948 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ, ਬਟ 1956 ਦੇ ਵਿੱਚ ਜਦੋਂ ਸਟੇਟ ਰੀਆਰਗਨਾਈਜੇਸ਼ਨ ਐਕਟ ਆਇਆ, ਤਾਂ ਉਦੋਂ ਇਹਨੂੰ ਭੰਗ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਟਾਈਮ ਆਪਾਂ ਨੂੰ ਪਤਾ ਹੈ ਵੀ ਆਪਣੇ ਪ੍ਰੈਜ਼ੀਡੈਂਟ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ ਸੀਗੇ, ਤੇ ਆਂਸਰ ਉਹਨਾਂ ਦਾ ਇਹ ਆ ਗਿਆ। ਨਾਲੇ ਤੁਸੀਂ ਯਾਦ ਰੱਖਣਾ ਹੈ ਕਿ ਪੈਪਸੂ ਦੇ ਰਾਜ ਪ੍ਰਮੁੱਖ ਕੌਣ ਸੀਗੇ? ਪੈਪਸੂ ਦੇ ਰਾਜ ਪ੍ਰਮੁੱਖ ਕੌਣ ਸੀਗੇ? ਯਾਦਵਿੰਦਰ ਸਿੰਘ, ਸਰਦਾਰ ਯਾਦਵਿੰਦਰ ਸਿੰਘ। ਠੀਕ ਹੈ, ਇਹ ਸੀਗੇ ਜਿਹੜੇ ਪਟਿਆਲਾ ਜਿਹੜੀ ਰਾਜਧਾਨੀ ਸੀਗੀ, ਤੇ ਯਾਦਵਿੰਦਰ ਸਿੰਘ ਸੀਗੇ ਰਾਜ ਪ੍ਰਮੁੱਖ ਸੀਗੇ। ਤੁਸੀਂ ਯਾਦ ਰੱਖਿਓ, ਕੁਐਸਚਨ ਪੁੱਛੇ ਚੁੱਕੇ ਨੇਗੇ, ਇਹ ਪੁੱਛੇ ਜਾ ਚੁੱਕੇ ਨੇ, ਤੇ ਅੱਗੇ ਵੀ ਪੁੱਛੇ ਜਾ ਸਕਦੇ ਨੇ, ਧਿਆਨ ਰੱਖਿਓ। ਨੈਕਸਟ ਕੁਐਸਚਨ ਕੀ ਹੈ? ਦ ਜ਼ਿਲ੍ਹਿਆਂਵਾਲਾ ਬਾਗ ਮਸਾਕਰ ਇੰਪੈਲਡ ਡੈਸ਼ ਟੂ ਰਾਈਟ ਖੂਨੀ ਵਿਸਾਖੀ, ਬਲੱਡੀ ਵਿਸਾਖੀ ਐਨ ਐਪਿਕ ਪੋਇਮ ਦੈਟ ਮੋਕਡ ਕੋਲੋਨੀਅਲ ਰੂਲ। ਠੀਕ ਹੈ,
ਤਾਂ ਜ਼ਿਲ੍ਹਿਆਂਵਾਲਾ ਬਾਗ ਦੇ ਮਸਾਕਰ 'ਤੇ ਇੱਕ ਲਿਖੀ ਗਈ ਖੂਨੀ ਵਿਸਾਖੀ ਜਾਂ ਬਲੱਡੀ ਵਿਸਾਖੀ ਕਿਹਨੂੰ ਕਹਿ ਸਕਦੇ ਹਾਂਗੇ, ਤਾਂ ਉਹ ਕਿਹਨੇ ਲਿਖੀ ਸੀ? ਤਾਂ ਤੁਸੀਂ ਯਾਦ ਰੱਖਿਓ ਨਾਨਕ ਸਿੰਘ। ਨਾਨਕ ਸਿੰਘ ਸੀਗੇ ਜਿਹੜੇ ਆਪਣੇ, ਜਿਨ੍ਹਾਂ ਨੂੰ ਫਾਦਰ ਆਫ ਪੰਜਾਬੀ ਨਾਵਲ, ਠੀਕ ਹੈ, ਫਾਦਰ ਆਫ ਪੰਜਾਬੀ ਨਾਵਲ ਕਿਹਾ ਜਾਂਦਾ ਹੈਗਾ ਕਿਹਨਾਂ ਨੂੰ? ਨਾਨਕ ਸਿੰਘ ਨੂੰ। ਇਹ ਤੁਸੀਂ ਯਾਦ ਰੱਖਿਓ। ਨਾਲੇ ਤੁਸੀਂ ਯਾਦ ਰੱਖਿਓ ਜਿਹੜੇ ਨਾਨਕ ਸਿੰਘ ਸੀਗੇ ਇਹਨਾਂ ਨੂੰ ਕਿਹਦੇ ਲਈ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀਗਾ? ਕਿਹਦੇ ਲਈ? ਇੱਕ ਮਿਆਨ ਦੋ ਤਲਵਾਰਾਂ। ਇੱਕ ਮਿਆਨ ਦੋ ਤਲਵਾਰਾਂ। ਇੱਕ ਮਿਆਨ ਦੋ ਤਲਵਾਰਾਂ ਲਈ ਇਹਨਾਂ ਨੂੰ ਕੀ ਮਿਲਿਆ ਸੀਗਾ? ਇੱਕ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀਗਾ। ਇਹ ਵੀ ਤੁਸੀਂ ਯਾਦ ਰੱਖਿਓ। ਨਾਲੇ ਤੁਸੀਂ ਯਾਦ ਰੱਖਣਾ ਕਿ ਜਿਹੜੀ ਖੂਨੀ ਵਿਸਾਖੀ ਸੀ ਉਹ ਕਿਹਨੇ ਲਿਖੀ ਸੀ? ਨਾਨਕ ਸਿੰਘ ਨੇ ਲਿਖੀ ਸੀ, ਠੀਕ ਹੈ। ਅਤੇ ਨਾਲ ਹੀ ਹੁਣ ਪਿੱਛੇ ਜੇ ਇੱਕ ਕੁਐਸਚਨ ਆਇਆ ਸੀਗਾ ਜਿਹੜਾ ਆਪਣਾ ਐਕਸਾਈਜ਼ ਦਾ ਪੇਪਰ ਹੋਇਆ ਸੀਗਾ, ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਨਾਨਕ ਸਿੰਘ ਜੀ ਦੀ ਕਿਹੜੀ ਰਚਨਾ ਸੀਗੀ ਜਿਨ੍ਹਾਂ 'ਤੇ ਫਿਲਮ ਬਣਾਈ ਗਈ ਹੈ? ਤਾਂ ਯਾਦ ਰੱਖਿਓ ਪਵਿੱਤਰ ਪਾਪੀ। ਪਵਿੱਤਰ ਪਾਪੀ 'ਤੇ ਕੀ ਬਣਾਈ ਗਈ? ਇੱਕ ਫਿਲਮ ਬਣਾਈ ਗਈ। ਇਹ ਵੀ ਤੁਸੀਂ ਯਾਦ ਰੱਖਿਓ। ਐਕਸਾਈਜ਼ ਇੰਸਪੈਕਟਰ 'ਚ ਪੁੱਛਿਆ ਗਿਆ ਸੀ ਕੁਐਸਚਨ, ਅੱਗੇ ਵੀ ਪੁੱਛਿਆ ਜਾ ਸਕਦਾ, ਠੀਕ ਹੈ, ਧਿਆਨ ਰੱਖੋ। ਨੈਕਸਟ ਕੁਐਸਚਨ ਕੀ ਹੈ? ਵਿਚ ਆਫ ਦਾ ਫੋਲੋਇੰਗ ਟੀਮਸ ਡਿਡ ਨੋਟ ਕੁਆਲੀਫਾਈ ਫੋਰ ਦਾ ਪਲੇਆਫਸ ਇਨ IPL 2020, ਠੀਕ ਹੈ। ਬਹੁਤ ਡੀਪ ਜਾ ਕੇ ਕੁਐਸਚਨ ਪੁੱਛਿਆ ਕਿ ਕੌਣ ਕੁਆਲੀਫਾਈ ਨਹੀਂ। ਜਿਹੜੇ ਤਾਂ ਹੁਣ ਮੈਚ ਦੇਖਦੇ ਨੇ ਉਹਨਾਂ ਵਾਸਤੇ ਤਾਂ ਬਿਲਕੁਲ ਸੌਖਾ ਹੋਏਗਾ ਨਾ, ਅਤੇ ਜਿਹੜੇ ਨਹੀਂ ਦੇਖਦੇ ਉਹਨਾਂ ਵਾਸਤੇ ਤਾਂ ਬਹੁਤ ਔਖਾ ਹੋਏਗਾ। ਤਾਂ ਇਹ ਕੀ ਆਨਸਰ ਕੀ ਸੀਗਾ? ਚੇਨਈ ਸੁਪਰ ਕਿੰਗਸ। ਫਸਟ ਟਾਈਮ ਹੋਇਆ ਸੀਗਾ, ਫਸਟ ਟਾਈਮ ਜਿਹੜੀ ਚੇਨਈ ਸੁਪਰ ਕਿੰਗਸ ਸੀਗੀ ਉਹ ਕੁਆਲੀਫਾਈ ਨਹੀਂ ਕੀਤੀ ਸੀ ਪਲੇਆਫਸ ਲਈ, ਠੀਕ ਹੈ। ਤਾਂ ਕਰਕੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣ ਗਿਆ ਸੀ ਕਿ ਫਸਟ ਟਾਈਮ ਚੇਨਈ ਸੁਪਰ ਕਿੰਗਸ ਕੀ ਨਹੀਂ ਕੀਤੀ ਸੀਗੀ? ਕੁਆਲੀਫਾਈ ਨਹੀਂ ਕੀਤੀ ਸੀ। ਤਾਂ 2021 ਦੇ ਵੀ ਹੁਣ ਜਿਹੜਾ IPL ਹੈ ਉਹ ਹੋ ਚੁੱਕਿਆ ਹੈਗਾ। ਕਿੱਥੇ ਹੋਇਆ? ਹਾਫ ਤਾਂ ਇੰਡੀਆ ਦੇ ਵਿੱਚ ਹੋਇਆ, ਹਾਫ ਕਿੱਥੇ ਹੋਇਆ? UAE ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਿਓ। ਹੁਣ ਵਾਲੇ IPL 'ਚ ਬਹੁਤ ਹੀ ਜ਼ਿਆਦਾ ਕੁਐਸਚਨ ਬਣ ਚੁੱਕੇ ਨੇਗੇ, ਠੀਕ ਹੈ, ਅਤੇ ਅੱਗੇ ਵੀ ਬਣ ਰਹੇ ਨੇਗੇ। ਤਾਂ ਤੁਹਾਨੂੰ ਮੈਂ ਕੁਝ ਕੁ ਇਨਫੋਰਮੇਸ਼ਨ ਦੇ ਦਿੰਦਾ। ਤਾਂ ਇਸ ਵਾਰ ਜਿਹੜਾ IPL ਹੈ 2021 ਕਿਹਨੇ ਜਿੱਤਿਆ? ਉਹ ਚੇਨਈ ਸੁਪਰ ਕਿੰਗਸ ਨੇ, ਠੀਕ ਹੈ, ਜਿਹੜੀ ਕਿ ਫਸਟ ਟੀਮ ਸੀ ਜੀ ਲਾਸਟ ਟਾਈਮ ਜਿਹੜੀ ਕਿ ਪਲੇਆਫਸ ਤੋਂ ਬਾਹਰ ਹੋ ਗਈ ਸੀ। ਤਾਂ ਇਸ ਵਾਰ ਇਹਨਾਂ ਨੇ ਕੀ ਜਿੱਤ ਲਿਆ। ਚੇਨਈ ਸੁਪਰ ਕਿੰਗਸ ਨੇ ਕੀਤਾ IPL ਜਿੱਤ ਲਿਆ। ਕਿਹਨੂੰ ਹਰਾ ਕੇ? KKR ਨੂੰ, ਕੋਲਕਾਤਾ ਨਾਈਟ ਰਾਈਡਰਸ ਨੂੰ ਹਰਾ ਕੇ ਕੀ ਕੀਤਾ? ਜਿੱਤ ਲਿਆ। ਅਤੇ ਤੁਸੀਂ ਯਾਦ ਰੱਖਣਾ ਕਿ ਇਸ ਵਾਰ ਜਿਹੜੀ ਔਰੇਂਜ ਕੈਪ, ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਜਿਹੜੀ ਔਰੇਂਜ ਕੈਪ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਰਨ ਬਣਾਉਂਦਾ ਉਹਨੂੰ ਮਿਲਦੀ ਹੈ। ਤਾਂ ਕਿਹਨੂੰ ਮਿਲੀ ਹੈ? ઋતુਰਾਜ ਗਾਇਕਵਾੜ ਨੂੰ ਮਿਲੀ ਹੈ, ਜਿਹੜੀ ਕਿ ਚੇਨਈ ਸੁਪਰ ਕਿੰਗਸ ਦੇ ਨੇ, ਠੀਕ ਹੈ। ਅਤੇ ਜਿਹੜੀ ਪਰਪਲ ਕੈਪ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਵਿਕਟਾਂ ਲੈਂਦਾ ਉਹਨੂੰ ਮਿਲਦੀ ਹੈ। ਤਾਂ ਉਹ ਕਿਹਨੂੰ ਮਿਲੀ ਹੈਗੀ? ਹਰਸ਼ਲ ਪਟੇਲ ਨੂੰ, ਠੀਕ ਹੈ, ਹਰਸ਼ਲ ਪਟੇਲ ਨੂੰ ਕਿਹੜੀ ਮਿਲੀ ਹੈਗੀ? ਪਰਪਲ ਕੈਪ ਮਿਲੀ ਹੈ। ઋતુਰਾਜ ਗਾਇਕਵਾੜ ਨੂੰ ਕਿਹੜੀ ਮਿਲੀ ਹੈਗੀ? ਔਰੇਂਜ ਕੈਪ ਮਿਲੀ ਹੈ। ਇਹ ਵੀ ਕੁਐਸਚਨ ਪੱਕਾ ਪੁੱਛੇ ਜਾਣ ਦੀ ਪੂਰੀ ਉਮੀਦ ਹੈ, ਠੀਕ ਹੈ। ਇਸ ਵਾਰ ਜੇ ਹੋਰ ਡੀਪਲੀ ਗੱਲ ਕਰੀਏ ਤਾਂ ਇਸ ਵਾਰ ਕਿਹੜੀਆਂ ਪਲੇਆਫਸ ਦੇ ਵਿੱਚ ਟੀਮ ਸੀਗੀਆਂ? ਤਾਂ ਤੁਸੀਂ ਯਾਦ ਰੱਖਿਓ ਰੋਇਲ ਚੈਲੰਜਰ ਬੰਗਲੌਰ, ਠੀਕ ਹੈ, ਚੇਨਈ ਸੁਪਰ ਕਿੰਗਸ ਦਿੱਲੀ ਸੀਗੀ, ਅਤੇ ਨਾਲ ਹੀ ਸੀ KKR। ਇਹ ਜਿਹੜੀਆਂ ਚਾਰ ਟੀਮਾਂ ਸੀਗੀਆਂ ਕੁਆਲੀਫਾਈ ਕੀਤੀਆਂ ਸੀ, ਬਾਕੀ ਨੇ ਕੁਆਲੀਫਾਈ ਨਹੀਂ ਕੀਤਾ ਸੀ। ਇਹ ਤੁਸੀਂ ਯਾਦ ਰੱਖਿਓ, ਅੱਗੇ ਕੁਐਸਚਨ ਬਣ ਸਕਦਾ ਧਿਆਨ ਨਾਲ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਚੋਸ ਰੈਫਰਸ ਟੂ ਵਿਚ ਆਫ ਦਾ ਫੋਲੋਇੰਗ ਜੋਗ੍ਰਾਫੀਕਲ ਫੀਚਰਸ, ਠੀਕ ਹੈ। ਚੋਸ ਆਪਾਂ ਨੂੰ ਪਤਾ ਹੈ ਆਪਣਾ ਜਿਹੜਾ ਹੁਸ਼ਿਆਰਪੁਰ ਦਾ ਇਲਾਕਾ ਹੈ, ਠੀਕ ਹੈ, ਉੱਧਰ ਕੀ ਬਣਦੀਆਂ ਨੇ? ਸੀਜ਼ਨਲ ਸਟਰੀਮਸ ਬਣਦੀਆਂ ਨੇ, ਮੀਨਸ ਪਾਣੀ ਵਗਦਾ, ਸੀਜ਼ਨਲ ਮੀਨਸ ਸਟਰੀਮਸ ਬਣ ਜਾਂਦੀਆਂ ਨੇਗੀਆਂ। ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ? ਚੋਸ ਕਿਹਾ ਜਾਂਦਾ। ਤਾਂ ਉਹੀ ਇਹਦਾ ਆਨਸਰ ਆ ਜਾਏਗਾ, ਸੀਜ਼ਨਲ ਸਟਰੀਮਸ ਫਾਊਂਡ ਇਨ ਦਾ ਫੁੱਟ ਹਿਲਸ ਆਫ ਮਾਊਂਟੇਨ ਰੇਂਜ, ਠੀਕ ਹੈ। ਜਿਹੜੇ ਫੁੱਟ ਹਿਲਸ ਨੇ ਮਾਊਂਟੇਨ ਰੇਂਜਸ ਦੀਆਂ, ਜਿਵੇਂ ਹੁਸ਼ਿਆਰਪੁਰ ਆਪਣਾ ਫੁੱਟ ਹਿਲਸ 'ਤੇ ਆ ਜਾਂਦਾ ਗਾ, ਠੀਕ ਹੈ। ਤਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇਗੀਆਂ ਨਾਮ ਕੀ ਦਿੱਤਾ ਗਿਆ? ਚੋਸ। ਇਹ ਤੁਸੀਂ ਯਾਦ ਰੱਖੋ। ਨੈਕਸਟ ਕੁਐਸਚਨ ਕੀ ਹੈ? ਦਾ ਬਿਸ਼ਨੋਈ ਕਮਿਊਨਿਟੀਜ਼ ਇਨੀਸ਼ੀਏਟਿਵ ਟੂ ਪ੍ਰੋਟੈਕਟ ਦਾ ਇੰਡੇਂਜਰਡ ਬਲੈਕ ਬੱਕ ਸਪੀਸ਼ੀਜ਼ ਇਜ਼ ਐਸੋਸੀਏਟਡ ਵਿਦ ਵਿਚ ਆਫ ਦਾ ਫੋਲੋਇੰਗ ਵਾਈਲਡ ਲਾਈਫ ਰਿਜ਼ਰਵਸ ਇਨ ਪੰਜਾਬ, ਠੀਕ ਹੈ। ਆਪਾਂ ਨੂੰ ਪਤਾ ਬਿਸ਼ਨੋਈ ਕਮਿਊਨਿਟੀ ਕਿੱਥੇ ਰਹਿੰਦੀ ਹੈ? ਆਪਣੀ ਅਬੋਹਰ ਰਹਿੰਦੀ ਹੈ। ਤਾਂ ਉੱਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਸੀ ਕਿ ਇਹਦਾ ਬਲੈਕ ਬੱਕ ਨੂੰ ਪ੍ਰੋਟੈਕਟ ਕਰਨ ਲਈ ਕਿਹੜੀ ਕਮਿਊਨਿਟੀ ਜ਼ਿਆਦਾ ਉਹ ਕਰ ਰਹੀ ਹੈਗੀ? ਅਬੋਹਰ ਵਾਈਲਡ ਲਾਈਫ ਸੈਂਚੁਰੀ। ਉੱਥੋਂ ਤੁਸੀਂ ਯਾਦ ਰੱਖ ਸਕਦੇ ਹੋ। ਬਿਸ਼ਨੋਈ ਕਮਿਊਨਿਟੀ ਪੂਜਾ ਕਰਦੀ ਹੈਗੀ ਬਲੈਕ ਬੱਕਸ ਦੀ, ਤਾਂ ਕਰਕੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਅਤੇ ਬਲੈਕ ਬੱਕ ਕੀ ਹੈ? ਆਪਣਾ ਸਟੇਟ ਐਨੀਮਲ ਵੀ ਹੈ, ਸਟੇਟ ਐਨੀਮਲ, ਠੀਕ ਹੈ। ਸਟੇਟ ਐਨੀਮਲ ਕੀ ਹੈ? ਆਪਣਾ ਬਲੈਕ ਬੱਕ ਹੈ। ਅਤੇ ਉਹਦੀ ਪ੍ਰੋਟੈਕਸ਼ਨ ਕਰਨ ਲਈ ਆਪਣੇ ਵਾਈਲਡ ਲਾਈਫ ਸੈਂਚੁਰੀ ਬਣਾਈ ਹੈ ਕਿੱਥੇ? ਅਬੋਹਰ ਵਾਈਲਡ ਲਾਈਫ ਸੈਂਚੁਰੀ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਇੱਕ ਇੰਪੋਰਟੈਂਟ ਹੈਗੀ ਹੈ ਹਰੀਕੇ ਵਾਈਲਡ ਲਾਈਫ ਸੈਂਚੁਰੀ। ਹਰੀਕੇ ਵਾਈਲਡ ਲਾਈਫ ਸੈਂਚੁਰੀ ਕਿੱਥੇ ਹੈਗੀ? ਇਹ ਹੈਗੀ ਹੈ ਤਰਨਤਾਰਨ ਦੇ ਵਿੱਚ। ਹਰੀਕੇ ਵਾਈਲਡ ਲਾਈਫ ਸੈਂਚੁਰੀ ਹੈ। ਤਰਨਤਾਰਨ ਦੇ ਵਿੱਚ ਕੀ ਹੁੰਦਾ ਹੈਗਾ? ਸਤਲੁਜ ਅਤੇ ਬਿਆਸ ਦੋਨੋਂ ਆ ਕੇ ਕੀ ਕਰਦੀਆਂ ਨੇ? ਮਿਲਦੀਆਂ ਨੇਗੀਆਂ। ਸਤਲੁਜ ਅਤੇ ਬਿਆਸ ਆ ਕੇ ਜਦੋਂ ਮਿਲਦੀਆਂ ਨੇਗੀਆਂ ਤਾਂ ਉੱਥੇ ਇੱਕ ਰੈਜ਼ਰਵਾਇਰ ਬਣਾਇਆ ਗਿਆ ਹੈਗਾ, ਠੀਕ ਹੈ, ਜਿਹਦਾ ਨਾਮ ਰੱਖਿਆ ਹੈਗਾ ਹਰੀਕੇ ਬੈਰੇਜ਼। ਅਤੇ ਉੱਥੇ ਇੱਕ ਸੈਂਚੁਰੀ ਹੈ ਜਿਹਦਾ ਨਾਮ ਕੀ ਰੱਖਿਆ ਗਿਆ ਹੈਗਾ? ਹਰੀਕੇ ਵਾਈਲਡ ਲਾਈਫ ਸੈਂਚੁਰੀ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ?
ਵਿਚ ਸ਼ਡਿਊਲ ਆਫ ਦ ਇੰਡੀਅਨ ਕੰਸਟੀਟਿਊਸ਼ਨ ਡਿਵਾਈਡਸ ਲੈਜਿਸਲੇਟਿਵ ਪਾਵਰਸ ਬਿਟਵੀਨ ਦਾ ਯੂਨੀਅਨ ਐਂਡ ਸਟੇਟਸ। ਆ ਦੇਖੋ ਤੁਸੀਂ, ਇਹ ਪਹਿਲਾਂ ਵੀ ਆਪਾਂ ਇੱਕ ਵੀਡੀਓ 'ਚ ਕਵਰ ਕਰ ਚੁੱਕੇ ਹਾਂ, ਉਹ ਕਿਸੇ ਹੋਰ ਸ਼ਿਫਟ ਦੇ ਕੁਐਸਚਨ 'ਚੋਂ ਲੈਤਾ ਗਿਆ ਸੀਗਾ, ਠੀਕ ਹੈ, ਸ਼ਿਫਟ ਦੇ ਕੁਐਸਚਨ ਪੇਪਰ ਤੋਂ ਲੈਤਾ ਗਿਆ ਸੀਗਾ। ਹੁਣ ਵਾਲਾ ਜਿਹੜਾ ਇਹ ਕੁਐਸਚਨ ਹੈ ਕਿਸੇ ਹੋਰ ਸ਼ਿਫਟ ਦਾ, ਅਤੇ ਤੁਸੀਂ ਦੇਖ ਰਹੇ ਹੋ ਕਿ ਰਿਪੀਟ ਕਰ ਰਹੇ ਨੇ ਕੁਐਸਚਨ, ਤਾਂ ਆਉਣ ਵਾਲੇ ਪੇਪਰਾਂ 'ਚ ਵੀ ਤੁਸੀਂ ਦੇਖੋਗੇ ਕਿ ਇਹ ਬਹੁਤ ਰਿਪੀਟ ਕਰਨਗੇ ਜਾਂ ਉਹਨਾਂ ਨਾਲ ਮਿਲਦੇ ਜੁਲਦੇ ਕੁਐਸਚਨ ਆਉਣਗੇ, ਠੀਕ ਹੈ। ਅਤੇ ਤੁਸੀਂ ਯਾਦ ਰੱਖਣਾ ਇਹਦਾ ਆਨਸਰ ਕੀ ਆਊਗਾ, ਜਿਹਦੇ ਵਿੱਚ ਕੀ ਕੀਤਾ ਗਿਆ ਹੈਗਾ, 3 ਭਾਗਾਂ ਦੇ ਵਿੱਚ ਵੰਡੀਆਂ ਗਈਆਂ ਪਾਵਰਸ ਨੇ ਜਿਹੜੀਆਂ, ਇੱਕ ਹੈਗੀ ਸਟੇਟ ਲਿਸਟ, ਇੱਕ ਹੈਗੀ ਹੈ ਸੈਂਟਰ ਲਿਸਟ, ਇੱਕ ਹੈਗੀ ਹੈ ਕੰਕੂਰੈਂਟ ਲਿਸਟ। ਇਹ ਤੁਸੀਂ ਤਿੰਨੇ ਚੀਜ਼ਾਂ ਯਾਦ ਰੱਖਣੀਆਂ ਨੇ। ਯੂਨੀਅਨ ਲਿਸਟ ਵੀ ਕਹਿੰਦੇ ਨੇ ਸੈਂਟਰ ਲਿਸਟ ਨੂੰ, ਠੀਕ ਹੈ, ਅਤੇ ਇਹ ਤੁਸੀਂ ਯਾਦ ਰੱਖਿਓ। ਅਤੇ ਕਿਹੜਾ ਸ਼ਡਿਊਲ ਹੈ, 7th ਸ਼ਡਿਊਲ, ਠੀਕ ਹੈ। ਬਾਕੀ ਸਾਰੀ ਇਨਫੋਰਮੇਸ਼ਨ ਇਹਦੇ ਬਾਰੇ ਮੈਂ ਤੁਹਾਨੂੰ ਦੂਸਰੀ ਵੀਡੀਓ ਵਿੱਚ ਦਿੱਤੀ ਸੀਗੀ, ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ। ਅਤੇ ਨਾਲ ਹੀ ਤੁਸੀਂ ਯਾਦ ਰੱਖਿਓ ਕਿ ਆਪਣੇ ਸ਼ਡਿਊਲ ਟੋਟਲ ਕਿੰਨੇ ਨੇ, 12 ਸ਼ਡਿਊਲ ਨੇ। ਬਾਕੀ ਸਾਰੀਆਂ ਚੀਜ਼ਾਂ ਮੈंने ਤੁਹਾਨੂੰ ਉਦੋਂ ਵੀ ਦੱਸੀਆਂ ਸੀ ਕਿ 12 ਸ਼ਡਿਊਲ ਨੇ, ਠੀਕ ਹੈ। ਉਹਦੇ ਵਿੱਚ 7th ਸ਼ਡਿਊਲ ਦੇ ਵਿੱਚ ਕੀ ਆ ਗਈਆਂ, ਥੋੜ੍ਹੀਆਂ ਇਹ ਲਿਸਟਾਂ ਆ ਗਈਆਂ ਕਿ ਪਾਵਰ ਕਿਵੇਂ ਡਿਵਾਈਡ ਕੀਤੀ ਜਾਊਗੀ, ਠੀਕ ਹੈ। ਨੈਕਸਟ ਕੁਐਸਚਨ ਹੈ, ਵਿਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ ਇਜ਼ ਰਿਲੇਟਡ ਟੂ ਦਾ ਡਿਊਰੇਸ਼ਨ ਆਫ ਪੰਚਾਇਤ। ਪੰਚਾਇਤ ਦੀ ਡਿਊਰੇਸ਼ਨ ਕਿੰਨੀ ਹੁੰਦੀ ਹੈ, ਕਿੱਥੇ ਲਿਖਿਆ ਗਿਆ ਹੈਗਾ, ਤਾਂ 243 ਈ ਆਰਟੀਕਲ ਹੈ, ਠੀਕ ਹੈ। ਬਹੁਤ ਹੀ ਡੀਪ ਪੁੱਛਿਆ ਗਿਆ ਕੁਐਸਚਨ ਕਿ ਅੰਦਰੋਂ ਦੀ ਅੰਦਰੋਂ ਆਰਟੀਕਲ ਪੁੱਛਿਆ ਗਿਆ। ਤੁਸੀਂ ਯਾਦ ਰੱਖਿਓ 243 ਈ ਡਿਊਰੇਸ਼ਨ ਆਫ ਪੰਚਾਇਤ ਕਿੰਨੀ ਹੁੰਦੀ ਹੈ, 5 ਸਾਲ, 5 ਸਾਲ ਹੁੰਦੀ ਹੈ। ਇਹ ਤੁਸੀਂ ਧਿਆਨ ਰੱਖਣਾ, ਠੀਕ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ 2 ਅਮੈਂਡਮੈਂਟ ਹੋਈਆਂ ਸੀ ਜਿਹਦੇ ਨਾਲ ਆਪਣੇ ਪੰਚਾਇਤੀ ਰਾਜ ਅਤੇ ਮਿਊਨਸੀਪਲ ਕਾਰਪੋਰੇਸ਼ਨ ਜਿਹੜੀਆਂ ਮਿਊਨਸੀਪਲ ਕਮੇਟੀਜ਼ ਜਿਹੜੀਆਂ ਐਡ ਕੀਤੀਆਂ ਗਈਆਂ ਸੀ, ਉਹ ਕਿਹੜੀਆਂ ਸੀਗੀਆਂ, 73rd ਅਮੈਂਡਮੈਂਟ ਅਤੇ 74th ਅਮੈਂਡਮੈਂਟ, ਜਿਹਦੇ ਨਾਲ 11th ਸ਼ਡਿਊਲ ਅਤੇ 12th ਸ਼ਡਿਊਲ ਕੀ ਕੀਤੇ ਗਏ ਸੀ, ਐਡ ਕੀਤੇ ਗਏ ਸੀਗੇ। ਕਦੋਂ ਹੋਈਆਂ ਸੀ ਇਹ, 1992 ਦੇ ਵਿੱਚ। ਯਾਦ ਰੱਖਿਓ 73ਵੀਂ ਅਮੈਂਡਮੈਂਟ ਪੰਚਾਇਤੀ ਰਾਜ ਵਾਸਤੇ, ਮਿਊਨਸੀਪਲ ਕਮੇਟੀ ਜਾਂ ਮਿਊਨਸੀਪਲ ਕਾਰਪੋਰੇਸ਼ਨ ਵਾਸਤੇ ਕਿਹੜੀ ਕੀਤੀ ਗਈ ਸੀ, 74th ਅਮੈਂਡਮੈਂਟ, ਕਦੋਂ, 1992 ਦੇ ਵਿੱਚ। ਅਤੇ ਕਿਹੜੇ ਸ਼ਡਿਊਲ ਐਡ ਕੀਤੇ ਗਏ, 11ਵਾਂ ਅਤੇ 12ਵਾਂ ਸ਼ਡਿਊਲ ਐਡ ਕੀਤਾ ਗਿਆ। ਇਹ ਤੁਸੀਂ ਯਾਦ ਰੱਖਣੇ ਹੋ। ਇਹੀ ਕੁਝ ਆਰਟੀਕਲ ਪੁੱਛ ਲੈਣ ਕਿ ਪੰਚਾਇਤੀ ਰਾਜ ਨਾਲ ਕਿਹੜੇ ਆਰਟੀਕਲ ਕਰਦੇ ਨੇਗੇ, ਠੀਕ ਹੈ। ਤਾਂ 243, ਠੀਕ ਹੈ, ਜਿਹੜੇ ਆਰਟੀਕਲ ਨੇ 243 ਦੇ ਵਿੱਚ ਜਿੰਨੇ ਵੀ ਆਰਟੀਕਲ ਆਉਂਦੇ ਨੇ ਸਾਰੇ ਅੱਗੇ ਤੱਕ, ਹੈ ਨਾ, ਜ਼ੈਡ ਤੱਕ ਕੁਛ, ZP ਤੱਕ ਕੁਛ ਮੇਰੇ ਖਿਆਲ 'ਚ ਹੈਗੇ ਨੇਗੇ, ਉਹ ਸਾਰੇ ਆਰਟੀਕਲ ਇਹਨਾਂ ਨਾਲ ਪੰਚਾਇਤੀ ਨਾਲ, ਮਿਊਨਸੀਪਲ ਕਾਰਪੋਰੇਸ਼ਨ ਨਾਲ ਅਤੇ ਕੋਆਪਰੇਟਿਵ ਸੁਸਾਇਟੀਜ਼ ਨਾਲ ਇਹਨਾਂ ਨੂੰ ਡੀਲ ਕਰਦੇ ਨੇਗੇ। ਇਹੀ ਕੁਐਸਚਨ ਪੁੱਛ ਲੈਂਦੇ ਨੇਗੇ ਕਿ ਕਿਹੜਾ ਡਾਇਰੈਕਟਿਵ ਪ੍ਰਿੰਸੀਪਲ ਹੈ, ਠੀਕ ਹੈ, DPSP ਹੈ, ਠੀਕ ਹੈ, DPSP ਹੈ, ਡੀਲ ਕਰਦਾ ਕਿਹੜੇ ਆਰਟੀਕਲ ਦੇ ਵਿੱਚ ਪੰਚਾਇਤੀ ਰਾਜ ਬਾਰੇ ਲਿਖਿਆ ਗਿਆ ਹੈਗਾ, ਤਾਂ ਯਾਦ ਰੱਖਿਓ 40 ਆਰਟੀਕਲ। ਇਹ ਵੀ ਕੁਐਸਚਨ ਪੁੱਛਿਆ ਗਿਆ ਸੀਗਾ, 40 ਆਰਟੀਕਲ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਥੋੜਾ ਇਜ਼ ਅ ਡੈਸ਼ ਡਾਂਸ ਪਰਫਾਰਮਡ ਬਾਏ ਦਾ ਰਾਜਪੂਤ ਇਨ ਦਾ ਡਿਸਟ੍ਰਿਕਟਸ ਆਫ ਸਿਰਮੌਰ, ਸ਼ਿਮਲਾ ਐਂਡ ਸੋਲਨ ਆਫ ਹਿਮਾਚਲ ਪ੍ਰਦੇਸ਼, ਠੀਕ ਹੈ। ਜਿਹੜੀਆਂ ਬਹੁਤ ਹੀ ਸੋਹਣੀਆਂ ਡਿਸਟ੍ਰਿਕਟਸ ਨੇਗੀਆਂ ਤਿੰਨੇ, ਠੀਕ ਹੈ। ਤਾਂ ਉਹਦੇ ਵਿੱਚ ਇੱਕ ਥੋੜਾ ਡਾਂਸ ਹੈ, ਉਹ ਕਿੰਨਾ ਦੁਆਰਾ ਪਰਫਾਰਮ ਕੀਤਾ ਜਾਂਦਾ ਹੈਗਾ, ਕਿਹੋ ਜਿਹਾ ਡਾਂਸ ਫਾਰਮ ਹੈ ਉਹ ਕੀ ਹੈ, ਵੋਰੀਅਰ, ਲੜਾਈ ਵਾਲਾ ਇੱਕ ਡਾਂਸ ਫਾਰਮ ਹੈ ਥੋੜਾ, ਤੁਸੀਂ ਇਹ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਦਾ ਅਮਨਦੀਵੀ ਆਈਲੈਂਡਸ ਆਰ ਦਾ ਪਾਰਟ ਆਫ ਵਿਚ ਯੂਨੀਅਨ ਟੈਰੀਟਰੀ। ਜਿਹੜੇ ਅਮਨਦੀਵੀ ਆਈਲੈਂਡ ਨੇ ਉਹ ਕਿਹੜੀ ਯੂਨੀਅਨ ਟੈਰੀਟਰੀ ਦੇ ਪਾਰਟ ਨੇ, ਕਿਹੜੀ ਦੇ, ਲਕਸ਼ਦੀਪ। ਆਪਾਂ ਨੂੰ ਪਤਾ ਹੈ ਇਹ ਕਿੱਥੇ ਹੈ, ਅਰੇਬੀਅਨ ਸੀ ਦੇ ਵਿੱਚ, ਅਰੇਬੀਅਨ ਸੀ ਦੇ ਵਿੱਚ ਇਹ ਯੂਨੀਅਨ ਟੈਰੀਟਰੀ ਹੈ। ਇਹਦੇ ਟੋਟਲ ਇੱਕ ਵਾਰ ਆਈਲੈਂਡ ਪੁੱਛੇ ਗਏ ਸੀ, ਇਹਦੇ ਵਿੱਚ ਕਿੰਨੇ ਆਈਲੈਂਡ ਨੇਗੇ, ਤਾਂ ਤੁਸੀਂ ਯਾਦ ਰੱਖਿਓ 36 ਆਈਲੈਂਡ। 36 ਆਈਲੈਂਡਸ ਤੋਂ ਮਿਲ ਕੇ ਲਕਸ਼ਦੀਪ ਬਣਿਆ ਹੋਇਆ ਹੈ। ਇੱਕ ਤੁਸੀਂ ਇਹਦੀ ਯਾਦ ਰੱਖਣੀ ਹੈਗੀ, ਕੀ ਯਾਦ ਰੱਖਣੀ ਹੈ, ਕੈਪੀਟਲ ਕੀ ਹੈਗੀ, ਕਾਵਾਰਤੀ। ਕਾਵਾਰਤੀ ਕੀ ਹੈ, ਲਕਸ਼ਦੀਪ ਦੀ ਕੈਪੀਟਲ ਹੈ। 36 ਆਈਲੈਂਡ ਨੇ, ਕਿੱਥੇ ਪਾਈ ਜਾਂਦੀ ਹੈ ਇਹ, ਅਰੇਬੀਅਨ ਸੀ ਦੇ ਵਿੱਚ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਆ ਗਿਆ, ਵਿਚ ਅਮੰਗ ਦਾ ਫੋਲੋਇੰਗ ਨੋਵਲਸ ਵਾਜ਼ ਰਿਟਨ ਬਾਏ ਨਾਨਕ ਸਿੰਘ। ਇਹ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਜਿਹੜੀ ਐਡੀਸ਼ਨਲ ਇਨਫੋਰਮੇਸ਼ਨ ਸੀ ਉਹਦੇ ਵਿੱਚ ਜਿਹੜੀ ਡਿਸਕਸ ਕੀਤਾ ਸੀਗਾ ਕਿ ਪਵਿੱਤਰ ਪਾਪੀ ਕਿਹਨੇ ਲਿਖਿਆ ਹੋਇਆ ਹੈਗਾ, ਨਾਨਕ ਸਿੰਘ ਨੇ ਲਿਖਿਆ ਹੋਇਆ, ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਪਿੰਜਰ ਹੈ, ਪਿੰਜਰ, ਇਹ ਵੀ ਬਹੁਤ ਪੇਪਰਾਂ 'ਚ ਪੁੱਛਿਆ ਗਿਆ ਕਿ ਪਿੰਜਰ ਕਿਹਨੇ ਲਿਖਿਆ, ਤਾਂ ਤੁਸੀਂ ਯਾਦ ਰੱਖਿਓ ਪਿੰਜਰ ਲਿਖਿਆ ਅੰਮ੍ਰਿਤਾ ਪ੍ਰੀਤਮ ਜੀ ਨੇ, ਅੰਮ੍ਰਿਤਾ ਪ੍ਰੀਤਮ ਜੀ, ਠੀਕ ਹੈ। ਜਿਹੜੇ ਅੰਮ੍ਰਿਤਾ ਪ੍ਰੀਤਮ ਜੀ ਨੇਗੇ, ਠੀਕ ਹੈ, ਜਿਹੜੇ ਅੰਮ੍ਰਿਤਾ ਪ੍ਰੀਤਮ ਜੀ ਨੇ ਫਸਟ ਫੀਮੇਲ ਸੀਗੇ ਜਿਨ੍ਹਾਂ ਨੂੰ ਕੀ ਮਿਲਿਆ ਸੀਗਾ, ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀਗਾ। ਕਿਹਦੇ ਲਈ ਮਿਲਿਆ ਸੀਗਾ, ਸੁਨੇੜੇ ਲਈ, ਸੁਨੇੜੇ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਅਤੇ ਨਾਲ ਹੀ ਯਾਦ ਰੱਖਿਓ ਤੁਸੀਂ ਕਿ ਜਿਹੜਾ ਮਿੱਤਰ ਪਿਆਰਾ ਇਹ ਕਿਹਨੇ ਰਾਈਟ ਕੀਤਾ, ਸੰਤ ਸਿੰਘ ਸੇਖੋਂ, ਸੰਤ ਸਿੰਘ ਸੇਖੋਂ ਨੇ ਕੀ ਕੀਤਾ, ਮਿੱਤਰ ਪਿਆਰਾ ਰਾਈਟ ਕੀਤਾ। ਅਤੇ ਕਾਗਜ਼ ਅਤੇ ਕੈਨਵਸ ਵੀ ਕਿਹਨੇ ਕੀਤਾ, ਅੰਮ੍ਰਿਤਾ ਪ੍ਰੀਤਮ ਨੇ, ਜਿਨ੍ਹਾਂ ਲਈ ਉਹਨਾਂ ਨੂੰ ਕੀ ਮਿਲਿਆ ਸੀਗਾ, ਜਨਨ ਪੀਠ ਅਵਾਰਡ। ਕਿਹੜਾ ਮਿਲਿਆ ਸੀਗਾ, ਜਨਨ ਪੀਠ ਅਵਾਰਡ। ਇਹ ਤੁਸੀਂ ਇਨਫੋਰਮੇਸ਼ਨ ਨੋਟ ਕਰ ਲੈਣੀ ਹੈ ਕਿਉਂਕਿ ਬਹੁਤ ਵਾਰ ਪੇਪਰ 'ਚ ਪੁੱਛੀ ਜਾ ਰਹੀ ਹੈਗੀ, ਤਾਂ ਹੀ ਮੈਂ ਚਾਹਾਂਗਾ ਵੀ ਤੁਹਾਡਾ ਕੋਈ ਵੀ ਕੁਐਸਚਨ ਉੱਥੇ ਰਹੇ ਨਾ, ਠੀਕ ਹੈ। ਕਾਗਜ਼ ਅਤੇ ਕੈਨਵਸ ਅਤੇ ਪਿੰਜਰ ਦੋਨੋਂ ਕੀ ਲਿਖੇ ਨੇ, ਅੰਮ੍ਰਿਤਾ ਪ੍ਰੀਤਮ ਨੇ, ਠੀਕ ਹੈ। ਅਤੇ ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀਗਾ ਸੁਨੇੜੇ ਲਈ, ਕਦੋਂ ਮਿਲਿਆ ਸੀਗਾ, 1956 ਦੇ ਵਿੱਚ। ਜੇ ਇਹੀ ਕਰੀਏ ਤਾਂ ਕਾਗਜ਼ ਐਂਡ ਕੈਨਵਸ ਲਈ ਉਹਨਾਂ ਨੂੰ ਕਦੋਂ ਮਿਲਿਆ ਸੀਗਾ, ਮਤਲਬ ਕਿ ਕੀ ਅਵਾਰਡ ਮਿਲਿਆ ਸੀਗਾ, ਤਾਂ ਕਾਗਜ਼ ਐਂਡ ਕੈਨਵਸ ਲਈ ਉਹਨਾਂ ਨੂੰ ਮਿਲਿਆ ਸੀਗਾ ਜਨਨ ਪੀਠ ਅਵਾਰਡ।
ਜਿਹੜਾ ਕਿ ਪੰਜਾਬੀ ਦੇ ਵਿੱਚ ਸਿਰਫ 2 ਜਣਿਆਂ ਨੂੰ ਮਿਲਿਆ ਹੈਗਾ, ਠੀਕ ਹੈ। ਇੱਕ ਅੰਮ੍ਰਿਤਾ ਪ੍ਰੀਤਮ ਨੇ, ਦੂਜੇ ਦਾ ਨਾਮ, ਦੂਜਾ ਜਿਹੜੇ ਇਨਸਾਨ ਨੇਗੇ, ਠੀਕ ਹੈ, ਦੂਜੀ ਜਿਹੜੀ ਪਰਸਨੈਲਿਟੀ ਨੇ, ਉਹਨਾਂ ਦਾ ਨਾਮ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਹੋ ਜਾਂਦਾ ਹੈਗਾ, ਠੀਕ ਹੈ। ਬਾਕੀ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ। ਸਹਿਦਰੀ ਅ ਨੌਰਥ ਸਾਊਥ ਚੇਨ ਆਫ ਮਾਊਂਟੇਨਸ ਔਰ ਹਿਲਸ ਇਨ ਇੰਡੀਆ ਦੈਟ ਮਾਰਕ ਦਾ ਵੈਸਟਰਨ ਐਜ ਆਫ ਡੈਕਨ ਪਲੇਟਿਊ ਰੀਜਨ ਇਜ਼ ਆਲਸੋ ਨੋਨ ਐਜ਼, ਠੀਕ ਹੈ। ਆਪਾਂ ਨੂੰ ਪਤਾ ਹੈ ਇਹ ਇੰਡੀਆ ਆਪਣਾ, ਠੀਕ ਹੈ, ਠੀਕ ਹੈ। ਇਹ ਇੰਡੀਆ ਜਿਹੜੀ ਆਹ ਪਾਰਟ ਹੈ, ਇੱਥੇ ਕੀ ਹੈਗਾ, ਡੈਕਨ ਪਲੇਟੂ ਆ ਗਿਆ ਆਪਣਾ। ਜਿਹੜਾ ਆਹ ਪਾਰਟ ਜਿਹੜੀ ਸਹਿਦਰੀ ਜਿਹੜੀ ਨੌਰਥ ਟੂ ਸਾਊਥ ਆਪਣੇ ਮਾਊਂਟੇਨਸ ਨੇ, ਚੇਨ ਹੈ, ਇਹਨੂੰ ਕੀ ਕਹਿੰਦੇ ਨੇਗੇ, ਕਹਿੰਦੇ ਨੇ ਵੈਸਟਰਨ ਘਾਟ। ਇਹੀ ਆਪਾਂ ਇੱਧਰਲੀ ਸਾਈਡ 'ਤੇ ਗੱਲ ਕਰੀਏ, ਠੀਕ ਹੈ, ਇਹਨੂੰ ਕਹਿੰਦੇ ਨੇਗੇ ਈਸਟਰਨ ਘਾਟ। ਇਹ ਲਿਖਿਆ ਵੀ ਹੋਇਆ ਮੇਰੇ ਖਿਆਲ, ਨਹੀਂ, ਈਸਟਰਨ ਘਾਟਸ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਇਹ ਸਾਰੀਆਂ ਕੀ ਆ ਗਈਆਂ, ਇੱਧਰਲੇ ਪਾਸੇ ਆ ਗਿਆ ਤੁਹਾਡਾ ਵੈਸਟਰਨ ਘਾਟ, ਇੱਧਰ ਆ ਗਿਆ ਈਸਟਰਨ ਘਾਟ। ਇਹ ਤੁਸੀਂ ਯਾਦ ਰੱਖਿਓ। ਅਤੇ ਨਾਲ ਹੀ ਯਾਦ ਰੱਖਿਓ ਤੁਸੀਂ ਜਿਹੜੀ ਇਹ ਵਾਲੇ ਹਿਮਾਲਿਆਜ਼ ਨੇਗੇ, ਠੀਕ ਹੈ। ਸਭ ਤੋਂ ਪਹਿਲਾਂ ਟਰਾਂਸ ਹਿਮਾਲਿਆਜ਼ ਆ ਜਾਂਦੇ ਨੇਗੇ, ਠੀਕ ਹੈ, ਜਿਨ੍ਹਾਂ ਨੂੰ ਬਿਗ ਹਿਮਾਲਿਆਜ਼ ਵੀ ਕਹਿੰਦੇ ਨੇ, ਟਰਾਂਸ ਹਿਮਾਲਿਆਜ਼ ਹੋ ਗਏ। ਜਿਹੜੇ ਆਪਣੇ ਪੰਜਾਬ 'ਚ ਪਾਏ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਿਵਾਲਿਕ ਹਿਲਸ, ਠੀਕ ਹੈ। ਜਿਹੜੇ ਨਿਚਲੇ ਪਾਸੇ ਆ ਗਈਆਂ, ਜਿਨ੍ਹਾਂ ਦੇ ਫੁੱਟਸ ਦੇ ਵਿੱਚ ਆਪਣਾ ਪੰਜਾਬ ਸਥਿਤ ਹੈ, ਉਹ ਹੁੰਦੇ ਨੇ ਸ਼ਿਵਾਲਿਕ ਹਿਲਸ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਆ ਗਿਆ, ਰੋਬਰਟ ਅੰਗੂਸ ਸਮਿਥ ਕੁਆਇਨ ਦਾ ਟਰਮ, ਠੀਕ ਹੈ। ਰੋਬਰਟ ਅੰਗੂਸ ਸਮਿਥ ਨੇ ਕਿਹੜੀ ਟਰਮ ਨੂੰ ਕੁਆਇਨ ਕੀਤਾ, ਤਾਂ ਤੁਸੀਂ ਯਾਦ ਰੱਖਿਓ ਐਸਿਡ ਰੇਨ, ਠੀਕ ਹੈ। ਆਪਾਂ ਕਹਿਣਗੇ ਤੇਜ਼ਾਬੀ ਵਰਖਾ, ਹੈ ਨਾ, ਜਿਹਦੇ ਨਾਲ ਆਪਣਾ ਬਚਪਨ ਦੀ ਪੜ੍ਹਦੇ ਆਏਗੇ ਐਸਿਡ ਰੇਨ ਦੇ ਬੈਡ ਇਫੈਕਟ। ਤਾਜ ਮਹਿਲ ਹੈ ਜਿਹੜਾ ਆਪਣਾ ਉਹ ਖਰਾਬ ਹੋ ਰਿਹਾ ਹੈਗਾ, ਠੀਕ ਹੈ। ਆਪਣਾ ਜਿਹੜਾ ਸੰਗਮਰਮਰ ਹੈ ਉਹਨੂੰ ਖਰਾਬ ਕਰ ਰਿਹਾ ਐਸਿਡ ਰੇਨ। ਤੁਹਾਨੂੰ ਪਤਾ ਹੈ ਵੀ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ, ਸਲਫਰ ਹੋ ਗਈ, ਠੀਕ ਹੈ, ਨਾਈਟ੍ਰੋਜਨ ਹੋ ਗਈ, ਇਹ ਸਾਰੀਆਂ ਮਿਲ ਕੇ ਕੀ ਬਣਾਉਂਦੀਆਂ ਨੇਗੀਆਂ, ਐਸਿਡਿਕ ਰੇਨ ਬਣਾਉਂਦੀਆਂ ਨੇ। ਇਹ ਤੁਸੀਂ ਯਾਦ ਰੱਖਿਓ। ਬੰਦੇ ਦਾ ਨਾਮ ਯਾਦ ਰੱਖਿਓ, ਰੋਬਰਟ ਅੰਗੂਸ ਸਮਿਥ, ਜਿਹਨੇ ਕਿ ਐਸਿਡ ਰੇਨ ਟਰਮ ਕੁਆਇਨ ਕੀਤੀ, ਠੀਕ ਹੈ। ਇਹ ਤੁਹਾਡਾ ਕੁਐਸਚਨ ਹੋ ਗਿਆ। ਨੈਕਸਟ ਕੁਐਸਚਨ ਕੀ ਹੈ, ਵਿਚ ਰਾਊਂਡ ਟੇਬਲ ਕਾਨਫਰੰਸ ਡਿਡ ਗਾਂਧੀ ਜੀ ਅਟੈਂਡ ਇਨ ਲੰਡਨ, ਠੀਕ ਹੈ। ਕਿਹੜੀ ਰਾਊਂਡ ਟੇਬਲ ਕਾਨਫਰੰਸ ਜਿਹੜੀ ਗਾਂਧੀ ਜੀ ਨੇ ਅਟੈਂਡ ਕੀਤੀ ਸੀ, ਆਪਾਂ ਨੂੰ ਪਤਾ ਹੈ 3 ਹੋਈਆਂ ਸੀਗੀਆਂ 1930 ਤੋਂ ਲੈ ਕੇ 32 ਤੱਕ, ਠੀਕ ਹੈ। 3 ਹੋਈਆਂ ਸੀ, 3 ਵਿੱਚੋਂ ਸਿਰਫ ਇੱਕ ਸੀ ਜਿਹੜੀ ਸੈਕਿੰਡ, ਉਹ ਕੀ ਕੀਤੀ ਸੀ, ਅਟੈਂਡ ਕੀਤੀ ਸੀ ਗਾਂਧੀ ਜੀ ਨੇ। ਇਹ ਤੁਸੀਂ ਯਾਦ ਰੱਖਿਓ। ਨਾਲੇ ਤੁਸੀਂ ਯਾਦ ਰੱਖਣਾ ਹੈ ਕਿ ਸਿਰਫ 2 ਪਰਸਨ ਸੀਗੇ ਇਹ ਜਿਹੇ, ਮਤਲਬ ਹੋਰ ਵੀ ਪਰਸਨ ਸੀ ਬਟ ਮੇਨ 2 ਪਰਸਨ ਸੀਗੇ ਜਿਨ੍ਹਾਂ ਨੇ ਤਿੰਨੋਂ ਜਿਹੜੀਆਂ ਰਾਊਂਡ ਟੇਬਲ ਕਾਨਫਰੰਸ ਸੀਗੀਆਂ ਅਟੈਂਡ ਕੀਤੀਆਂ ਸੀ। ਇੱਕ ਸੀਗਾ ਤੇਜ ਬਹਾਦਰ ਸਪਰੂ, ਠੀਕ ਹੈ। ਇੱਕ ਸੀਗਾ ਡਾਕਟਰ ਬੀ ਆਰ ਅੰਬੇਦਕਰ, ਠੀਕ ਹੈ। ਦੋਨਾਂ ਨੇ ਕੀ ਕੀਤੀਆਂ ਸੀ, ਤਿੰਨੇ ਰਾਊਂਡ ਟੇਬਲ ਕਾਨਫਰੰਸ ਕੀਤੀਆਂ ਸੀਗੀਆਂ, ਅਟੈਂਡ ਕੀਤੀਆਂ ਸੀ। ਇਹ ਕੁਐਸਚਨ UPSC ਤੱਕ ਪੁੱਛ ਚੁੱਕੀ ਹੈ ਅਤੇ ਹੋਰ ਛੋਟੇ ਮੋਟੇ ਪੇਪਰਾਂ 'ਚ ਵੀ ਆਉਂਦਾ ਰਹਿੰਦਾ ਹੈਗਾ। ਇਸ ਕਰਕੇ ਤੁਸੀਂ ਚੀਜ਼ਾਂ ਯਾਦ ਰੱਖਣੀਆਂ ਨੇਗੀਆਂ। ਅਤੇ ਨਾਲ ਹੀ ਯਾਦ ਰੱਖਣਾ ਤੁਸੀਂ ਕਿ ਜਿਹੜੀ ਫਸਟ ਰਾਊਂਡ ਟੇਬਲ ਕਾਨਫਰੰਸ ਹੋਈ ਸੀ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਵੈਸੇ ਤਾਂ ਤਿੰਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ, ਬਟ ਜਿਹੜੀ ਫਸਟ ਸੀਗੀ ਉਦੋਂ ਬਾਅਦ ਕੀ ਹੋਇਆ ਸੀਗਾ, ਗਾਂਧੀ ਇਰਵਿਨ ਪੈਕਟ ਹੋਇਆ ਸੀ। ਕਿਹੜਾ ਹੋਇਆ ਸੀ, ਗਾਂਧੀ ਇਰਵਿਨ ਪੈਕਟ ਹੋਇਆ ਸੀਗਾ। ਅਤੇ ਕਦੋਂ ਹੋਇਆ ਸੀ, 1932 ਵਿੱਚ। ਉਸ ਤੋਂ ਬਾਅਦ ਹੀ ਕੀ ਹੋਇਆ ਸੀਗਾ, ਜਦੋਂ ਗਾਂਧੀ ਇਰਵਿਨ ਪੈਕਟ ਹੋਇਆ ਉਦੋਂ ਬਾਅਦ ਹੀ ਗਾਂਧੀ ਜੀ ਮੰਨ ਗਏ ਸੀਗੇ ਕਿ ਹਾਂ ਮੈਂ ਰਾਊਂਡ ਟੇਬਲ ਕਾਨਫਰੰਸ ਕੀ ਕਰੂੰਗਾ, ਅਟੈਂਡ ਕਰੂੰਗਾ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਪੰਜਾਬ ਇਜ਼ ਫ੍ਰਿੰਜਡ ਬਾਏ ਵਿਚ ਆਫ ਦੀਜ਼ ਰੇਂਜਸ ਟੂ ਦਾ ਨੌਰਥ ਈਸਟ ਐਂਡ ਨੌਰਥ। ਆਪਾਂ ਨੂੰ ਪਤਾ ਨੌਰਥ ਕਿਹੜਾ, ਪੰਜਾਬ ਆਪਣਾ, ਠੀਕ ਹੈ। ਜਿਹੜੀ ਆਹ ਪਾਰਟ ਹੈਗਾ, ਠੀਕ ਹੈ, ਇੱਥੇ ਕਿਹੜੀਆਂ ਹਿਲਸ ਪਾਈਆਂ ਨੇ, ਕਿਹੜੀ ਰੇਂਜ ਪਾਈ ਜਾਂਦੀ ਹੈ, ਮੈਂ ਤੁਹਾਨੂੰ ਪਿਛਲੇ ਕੁਐਸਚਨ 'ਚ ਵੀ ਦੱਸਿਆ ਸੀ, ਸ਼ਿਵਾਲਿਕ ਰੇਂਜ। ਇਹ ਤੁਸੀਂ ਯਾਦ ਰੱਖਣਾ। ਜਿਹੜੀਆਂ ਅਰਾਵਲੀ ਰੇਂਜਸ ਨੇ ਇਹ ਕਿੱਥੇ ਪਾਈ ਜਾਂਦੀਆਂ ਨੇ, ਰਾਜਸਥਾਨ, MP ਥੋੜ੍ਹਾ ਜਿਹਾ ਇੱਧਰਲੇ ਪਾਸੇ, ਇੱਥੇ ਪਾਈ ਜਾਂਦੀਆਂ ਨੇਗੀਆਂ ਅਰਾਵਲੀ ਰੇਂਜਸ ਪਾਈਆਂ ਜਾਂਦੀਆਂ ਨੇ। ਕਾਰਾਕੋਰਮ ਰੇਂਜ ਉੱਪਰ ਆ ਗਈ ਤੁਹਾਡੀ। ਕਾਰਾਕੋਰਮ ਰੇਂਜ ਤੁਹਾਡੇ ਹੈੱਡ ਕਾਂਸਟੇਬਲ ਦੇ ਪੇਪਰ ਦੇ ਵਿੱਚ ਪੁੱਛੀ ਗਈ ਸੀ ਕਿ ਕਾਰਾਕੋਰਮ ਰੇਂਜ ਕਿਹੜੀ ਕੰਟਰੀ ਨਾਲ ਕਨੈਕਟ ਕਰਦੀ ਹੈ, ਤਾਂ ਤੁਸੀਂ ਯਾਦ ਰੱਖਿਓ ਕਿਹੜੀ ਹੈਗੀ। ਕਾਰਾਕੋਰਮ ਪਾਸ ਜਿਹੜਾ ਕਰਦਾ ਹੈਗਾ ਉਹ ਅਫਗਾਨਿਸਤਾਨ ਅਤੇ ਇੰਡੀਆ, ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ। ਅਤੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਆ ਗਿਆ, ਦੇਵ ਸਮਾਜ ਆ ਰਿਲੀਜੀਅਸ ਐਂਡ ਸੋਸ਼ਲ ਰਿਫਾਰਮ ਸੁਸਾਇਟੀ ਵਾਜ਼ ਫਾਊਂਡਡ ਇਨ ਡੈਸ਼ ਇਨ ਲਾਹੌਰ ਬਾਏ ਪੰਡਿਤ ਸ਼ਿਵ ਨਾਰਾਇਣ ਅਗਨੀਹੋਤਰੀ। ਦੇਖੋ ਵਿੱਚੋਂ ਹੀ ਕੁਐਸਚਨ ਦੇ ਕਿੰਨੇ ਹੀ ਕੁਐਸਚਨ ਤੁਹਾਡੇ ਬਣ ਜਾਂਦੇ ਨੇ ਵੀ ਕਿਹਨੇ ਫਾਊਂਡ ਕੀਤੀ, ਕਿੱਥੇ ਫਾਊਂਡ ਕੀਤੀ। ਤਾਂ ਤੁਸੀਂ ਯਾਦ ਰੱਖਿਓ ਜਿਹੜੀ ਦੇਵ ਸਮਾਜ ਸੀਗਾ ਉਹ ਕਿੱਥੇ ਫਾਊਂਡ ਹੋਇਆ, ਲਾਹੌਰ ਦੇ ਵਿੱਚ ਹੋਇਆ। ਕਿੱਥੇ ਹੋਇਆ, ਲਾਹੌਰ ਦੇ ਵਿੱਚ ਹੋਇਆ। ਅਤੇ ਕਿਹਨੇ ਫਾਊਂਡ ਕੀਤਾ, ਪੰਡਿਤ ਸ਼ਿਵ ਨਾਰਾਇਣ ਅਗਨੀਹੋਤਰੀ ਨੇ ਕੀਤਾ। ਅਤੇ ਹੁਣ ਜਿਹੜਾ ਕੁਐਸਚਨ ਪੁੱਛਿਆ ਗਿਆ ਕਦੋਂ ਫਾਊਂਡ ਕੀਤਾ, 1887 ਦੇ ਵਿੱਚ। 1887 ਦੇ ਵਿੱਚ ਦੇਵ ਸਮਾਜ ਨੂੰ ਲਾਹੌਰ ਦੇ ਵਿੱਚ ਪੰਡਿਤ ਸ਼ਿਵ ਨਾਰਾਇਣ ਅਗਨੀਹੋਤਰੀ ਨੇ ਬਣਾਇਆ, ਠੀਕ ਹੈ। ਇਹ ਤੁਸੀਂ ਐਵੇਂ ਯਾਦ ਕਰ ਸਕਦੇ ਹੋ ਪੂਰੀ ਲਾਈਨ ਨੂੰ, ਠੀਕ ਹੈ। ਅਤੇ ਨਾਲ ਹੀ ਤੁਸੀਂ ਯਾਦ ਰੱਖਿਓ ਕਿ ਬ੍ਰਹਮੋ ਸਮਾਜ ਜਿਹੜਾ ਕਿ ਹਰ ਪੇਪਰ ਦੇ ਵਿੱਚ ਹੀ ਪੁੱਛ ਲੈਂਦੇ ਨੇਗੇ ਕਿ ਬ੍ਰਹਮੋ ਸਮਾਜ ਕਿਹਨੇ ਬਣਾਇਆ, ਰਾਜਾ ਰਾਮ ਮੋਹਨ ਰਾਏ, ਠੀਕ ਹੈ। ਉਹਨਾਂ ਨੇ ਬਣਾਇਆ। ਕਦੋਂ ਬਣਾਇਆ, 1829 ਦੇ ਵਿੱਚ,
ਠੀਕ ਹੈ। 1828-29 ਦੇ ਵਿੱਚ ਲਗਭਗ 28-29 ਲਿਖ ਲਓ ਤੁਸੀਂ। 28-29 ਦੇ ਵਿੱਚ ਇਹਨੂੰ ਬਣਾਇਆ ਸੀਗਾ ਕਿਨੇ, ਰਾਜਾ ਰਾਮ ਮੋਹਨ ਰੋਏ ਨੇ। ਇਹ ਤੁਸੀਂ ਯਾਦ ਰੱਖਿਓ। ਅਤੇ ਸਤੀ ਪ੍ਰਥਾ ਕਿਹਨਾਂ ਨੇ ਅਬੋਲਿਸ਼ ਕੀਤੀ ਸੀ? ਵਿਲੀਅਮ ਬੈਂਟਿੰਗ ਨਾਲ ਮਿਲ ਕੇ, ਉਹ ਵੀ ਰਾਜਾ ਰਾਮ ਮੋਹਨ ਰੋਏ ਸੀਗੇ। ਠੀਕ ਹੈ, ਸਤੀ ਪ੍ਰਥਾ ਵੀ ਇਹਨਾਂ ਨੇ ਪੂਰੀ ਹੈਲਪ ਕੀਤੀ ਸੀ ਅਬੋਲਿਸ਼ ਕਰਨ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਿਓ। 1929 ਦੇ ਵਿੱਚ ਸਤੀ ਪ੍ਰਥਾ ਨੂੰ ਅਬੋਲਿਸ਼ ਕੀਤਾ ਗਿਆ। ਵਿਲੀਅਮ ਬੈਂਟਿਕ ਜਿਹੜੇ ਕਿ ਉਸ ਟਾਈਮ ਦੇ ਗਵਰਨਰ ਜਨਰਲ ਸੀਗੇ, ਅਤੇ ਰਾਜਾ ਰਾਮ ਮੋਹਨ ਰੋਏ ਦਾ ਬਹੁਤ ਵੱਡਾ ਹੱਥ ਸੀਗਾ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਆ ਗਿਆ, ਹਾਊ ਮੈਨੀ ਮਿਊਜ਼ੀਕਲ ਨੋਟਸ ਆਰ ਦੇਅਰ ਇਨ ਕਰਨਾਟਕ ਮਿਊਜ਼ਿਕ? ਕਰਨਾਟਕ ਮਿਊਜ਼ਿਕ ਦੇ ਵਿੱਚ ਕਿੰਨੇ ਨੋਟਸ ਨੇ? ਯਾਦ ਰੱਖਿਓ 7। ਠੀਕ ਹੈ, 7 ਸੁਰ, ਉਵੇਂ ਯਾਦ ਰੱਖ ਸਕਦੇ ਹੋ 7 ਸੁਰ। ਕਰਨਾਟਕ ਮਿਊਜ਼ਿਕ ਦੇ ਵਿੱਚ ਕਿੰਨੇ ਨੋਟਸ ਨੇ? 7 ਨੇ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਦ ਡਾਂਸ ਪਰਫੋਰਮਡ ਬਾਈ ਯੰਗ ਗਰਲਜ਼ ਹੋਲਡਿੰਗ ਹੈਂਡਸ ਐਂਡ ਟਵਿਰਲਿੰਗ ਅਰਾਊਂਡ ਇਨ ਸਰਕਲਸ ਵਿਦ ਇਨਕਰੀਜ਼ਿੰਗ ਸਪੀਡ ਇਜ਼ ਕਾਲਡ? ਆਪਾਂ ਨੂੰ ਪਤਾ ਕਿੱਕਲੀਆਂ ਪਾਉਂਦੀਆਂ ਨੇ ਕੁੜੀਆਂ, ਹੈ ਨਾ, ਜਦੋਂ ਆਪਣੇ ਤੀਆਂ ਲੱਗਦੀਆਂ ਨੇ ਤਾਂ ਕੁੜੀਆਂ ਕਿੱਕਲੀਆਂ ਪਾਉਂਦੀਆਂ ਨੇ। ਉਹੀ ਇਹ ਇੱਕ ਮੈਂਸ਼ਨ ਕੀਤਾ ਹੋਇਆ ਕਿ ਇਹਨੂੰ ਕੀ ਕਹਿੰਦੇ ਨੇ, ਤਾਂ ਤੁਸੀਂ ਯਾਦ ਰੱਖਿਓ ਕਿੱਕਲੀ ਕੀ ਹੈਗਾ, ਇੱਕ ਡਾਂਸ ਫੋਰਮ ਹੈ ਜਿਹੜਾ ਕਿ ਕੁੜੀਆਂ ਹੱਥ ਫੜ ਕੇ ਇੱਕ ਦੂਜੇ ਦਾ ਗੋਲ ਗੋਲ ਘੁੰਮਦੀਆਂ ਨੇਗੀਆਂ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਫਰੋਮ ਦਾ ਆਪਸ਼ਨਸ ਗਿਵਨ ਬਿਲੋ ਚੂਜ਼ ਦਾ ਕਰੈਕਟ ਆਂਸਰ। ਠੀਕ ਹੈ, ਇੰਦਰਾ ਗਾਂਧੀ ਕੈਨਾਲ ਦਾ ਲਾਰਜੈਸਟ ਇਰੀਗੇਸ਼ਨ ਕੈਨਾਲ ਇਨ ਇੰਡੀਆ। ਇੱਕ ਦਾ ਕੁਐਸਚਨ ਇੱਥੇ ਬਣ ਗਿਆ ਤੁਹਾਡਾ ਕਿ ਲਾਰਜੈਸਟ ਕੈਨਾਲ ਕਿਹੜੀ ਹੈਗੀ ਆਪਣੇ, ਕੈਨਾਲ ਕਿਹੜੀ ਹੈਗੀ ਆਪਣੇ, ਇੰਦਰਾ ਗਾਂਧੀ ਕੈਨਾਲ ਹੈ। ਇਹ ਤੁਸੀਂ ਯਾਦ ਰੱਖਿਓ। ਇਨ ਇੰਡੀਆ ਸਟਾਰਟਸ ਫਰੋਮ ਵਿਚ ਆਫ ਦਾ ਫੋਲੋਇੰਗ ਬੈਰੇਜ? ਕਿਹੜੇ ਬੈਰੇਜ ਤੋਂ ਸਟਾਰਟ ਹੁੰਦੀ ਹੈ? ਬਹੁਤ ਹੀ ਸੌਖਾ ਕੁਐਸਚਨ, ਹਰੀਕੇ ਬੈਰੇਜ। ਜਿਹੜੀ ਹਰੀਕੇ ਵਾਈਲਡ ਲਾਈਫ ਸੈਂਚੁਰੀ ਆਪਣੇ ਪਿੱਛੇ ਪੜ੍ਹ ਕੇ ਆਈ ਸੀ, ਉੱਥੇ ਬੈਰੇਜ ਬਣਦਾ ਹੈ ਜਦੋਂ ਬਿਆਸ ਅਤੇ ਸਤਲੁਜ ਜਾ ਕੇ ਕੀ ਕਰਦੀਆਂ ਨੇ, ਕਨਫਲੂਐਂਸ ਹੁੰਦੀਆਂ ਨੇ ਤਰਨ ਤਾਰਨ ਦੇ ਵਿਖੇ, ਤਾਂ ਉੱਥੇ ਕੀ ਹੁੰਦਾ, ਹਰੀਕੇ ਬੈਰੇਜ ਬਣਦਾ। ਤਾਂ ਉੱਥੋਂ ਇੱਕ ਕਨਾਲ ਨਿਕਲਦੀ ਹੈ ਜਿਹੜੀ ਕਿ ਰਾਜਸਥਾਨ ਨੂੰ ਜਾਂਦੀ ਹੈ। ਉਹਦਾ ਨਾਮ ਕੀ ਰੱਖਿਆ? ਇੰਦਰਾ ਗਾਂਧੀ ਕਨਾਲ, ਜਿਹੜੀ ਕਿ ਲਾਰਜੈਸਟ ਹੈ ਇੰਡੀਆ ਦੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਇਹ ਤੁਹਾਡੇ ਅੱਜ ਦੇ ਕੁਐਸਚਨ ਸੀਗੇ। ਠੀਕ ਹੈ, ਅਤੇ ਲੈਕਚਰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਅਤੇ ਅੱਗੇ ਵੀ ਆਪਾਂ ਹੋਰ ਕੰਟੈਂਟ ਲੈ ਕੇ ਆਵਾਂਗੇ। ਜਿਵੇਂ ਕਿ ਹੁਣ ਤਾਂ ਬਹੁਤ ਹੀ ਪੋਸਟ ਆ ਗਈਆਂ ਨਾ, 2300 ਪਲੱਸ ਪੋਸਟਾਂ ਨੇ, ਤਾਂ ਆਪਾਂ ਨੇ ਇਹ ਓਪਰਚੁਨਿਟੀਜ਼ ਛੱਡਣੀਆਂ ਨਹੀਂ ਹੈਗੀਆਂ, ਗ੍ਰੈਬ ਕਰਨੀਆਂ ਨੇਗੀਆਂ। ਨਾਲ ਨਾਲ ਜਿਹੜੀ ਟਾਈਪਿੰਗ ਹੈ, ਠੀਕ ਹੈ, ਆਪਾਂ ਗਲਤੀ ਕਰ ਲੈਂਦੇ ਆਂਗੇ, ਟਾਈਪਿੰਗ ਵੀ ਤੁਹਾਨੂੰ ਨਾਲ ਨਾਲ ਕਰਨੀ ਪਊਗੀ ਤਾਂ ਕਿ 1.5-2 ਮਹੀਨੇ 'ਚ ਤੁਹਾਡੀ ਟਾਈਪਿੰਗ ਪੁਖਤਾ ਹੋ ਜੇ। ਦੋਨਾਂ ਟਾਈਪਿੰਗ ਮੰਗੀਆਂ ਨੇਗੀਆਂ, ਚਾਹੇ ਪੰਜਾਬੀ ਦੀ ਹੋਵੇ ਚਾਹੇ ਅੰਗਰੇਜ਼ੀ ਦੀ ਹੋਵੇ, ਦੋਨੋਂ ਮੰਗੀਆਂ ਨੇਗੀਆਂ। 30 ਵਰਡ ਦੀ ਸਪੀਡ ਚਾਹੀਦੀ ਹੈਗੀ। ਤਾਂ ਟਾਈਪਿੰਗ ਵੀ ਥੋੜ੍ਹੀ ਨਾਲ ਘੰਟਾ 1.5 ਘੰਟਾ ਤੁਸੀਂ ਉਹਨੂੰ ਦਿੰਦੇ ਰਹੋ, ਅਤੇ ਨਾਲ ਆਪਾਂ ਕੁਐਸਚਨ ਤਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਅਤੇ ਥੈਂਕ ਯੂ ਸੋ ਮਚ।